ਮੇਰਾ ਜਵਾਈ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਬੇਟੀ ਨੂੰ ਮਾਰਦਾ ਅਤੇ ਜਿੱਦ ਕਰਦਾ ਕਿ ਮੈਂ ਜਦੋਂ ਤੱਕ ਉਸ ਨੂੰ ਮੋਟਰਸਾਈਕਲ ਲੈ ਕੇ ਨਹੀਂ ਦਿੰਦੀ, ਉਹ ਮੇਰੀ ਬੇਟੀ ਨੂੰ ਐਦਾਂ ਹੀ ਮਾਰਦਾ ਕੁੱਟਦਾ ਰਹੇਗਾ। ਮੈਂ ਵਿਧਵਾ ਔਰਤ ਸੀ, ਕੱਪੜੇ ਸਿਲਾਈ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ। ਮੇਰਾ ਕਮਾਉਣ ਵਾਲਾ ਕੋਈ ਨਹੀਂ ਸੀ। ਮੈਂ ਆਪਣੀ ਬੇਟੀ ਦੇ ਨਾਲ ਇਕੱਲੀ ਰਹਿੰਦੀ ਸੀ। ਮੈਂ ਆਪਣੇ ਜਵਾਈ ਕੋਲੋਂ 6 ਮਹੀਨੇ ਦਾ ਸਮਾਂ ਮੰਗਿਆ ਸੀ, ਪਰ ਮੇਰਾ ਜਵਾਈ 2 ਮਹੀਨੇ ਬਾਅਦ ਹੀ ਘਰ ਆ ਗਿਆ ਸੀ ਕਿ ਮੇਰੇ ਕੋਲੋਂ ਮੋਟਰਸਾਈਕਲ ਦੇ ਪੈਸੇ ਮੰਗਣ ਲੱਗ ਪਿਆ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਹਜੇ ਤੱਕ ਮੋਟਰਸਾਈਕਲ ਦੇ ਪੈਸੇ ਨਹੀਂ ਜਮ੍ਹਾਂ ਕਰ ਪਾਈ, ਤਾਂ ਉਹ ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ। ਉਹ ਕਮਰੇ ਦੇ ਅੰਦਰ ਚਲਾ ਗਿਆ ਅਤੇ ਮੇਰੀ ਬੇਟੀ ਨੂੰ ਬੁਲਾਉਣ ਲੱਗ ਪਿਆ। ਮੈਨੂੰ ਪਤਾ ਸੀ ਕਿ ਉਹ ਬੰਦ ਕਮਰੇ ਵਿੱਚ ਮੇਰੀ ਬੇਟੀ ਦਾ ਕੀ ਹਸ਼ਰ ਕਰੇਗਾ। ਮੇਰੀ ਬੇਟੀ ਨੇ ਕਮਰੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਉਦੋਂ ਹੀ ਮੈਂ ਆਪਣੇ ਮੂੰਹ ਨੂੰ ਢੱਕ ਕੇ ਬੇਟੀ ਦੇ ਕੱਪੜੇ ਪਾ ਕੇ ਆਪਣੇ ਜਵਾਈ ਦੇ ਕੋਲ ਕਮਰੇ ਵਿੱਚ ਚਲੀ ਗਈ। ਪਰ ਉਸ ਸਮੇਂ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ ਜਦੋਂ ਮੇਰੇ ਜਵਾਈ ਨੇ ਮੈਂ ਹੱਕੀ ਬੱਕੀ ਜਿਹੀ ਹੋ ਕੇ ਆਪਣੇ ਜਵਾਈ ਦੀ ਸ਼ਕਲ ਦੇਖ ਰਹੀ ਸੀ। ਮੇਰਾ ਪੂਰਾ ਘਰ ਮਹਿਮਾਨਾਂ ਦੇ ਨਾਲ ਭਰਿਆ ਪਿਆ ਸੀ। ਅਜੇ ਕੁਝ ਦੇਰ ਪਹਿਲਾਂ ਹੀ ਤਾਂ ਮੇਰੀ ਬੇਟੀ ਦਾ ਵਿਆਹ ਮੁਕੰਮਲ ਹੋਇਆ ਸੀ। ਮੈਂ ਖਾਣਾ ਵੀ ਲੜਕੇ ਵਾਲਿਆਂ ਦੀ ਡਿਮਾਂਡ ਦੇ ਅਨੁਸਾਰ ਆਪਣੀ ਹੈਸੀਅਤ ਤੋਂ ਵੱਧ ਕੇ ਤਿਆਰ ਕਰਵਾਇਆ ਸੀ। ਪਰ ਵਿਦਾਈ ਦੇ ਸਮੇਂ ਮੇਰੇ ਜਵਾਈ ਨੇ ਇੱਕ ਨਵੀਂ ਸ਼ਰਤ ਮੇਰੇ ਸਾਹਮਣੇ ਰੱਖ ਦਿੱਤੀ। ਉਹ ਕਹਿਣ ਲੱਗਾ, ਵਿਦਾਈ ਉਦੋਂ ਹੀ ਹੋਵੇਗੀ ਜਦੋਂ ਉਸ ਨੂੰ ਮੋਟਰਸਾਈਕਲ ਮਿਲੇਗੀ। ਇਹ ਗੱਲ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ। ਸਾਰੇ ਲੋਕ ਅਜੇ ਤੱਕ ਮੇਰੇ ਘਰ ਵਿੱਚ ਮੌਜੂਦ ਸੀ। ਮੈਂ ਵਿਧਵਾ ਔਰਤ ਲੋਕਾਂ ਦੇ ਕੱਪੜੇ ਸਿਲਾਈ ਕਰਕੇ ਤਿਨਕਾ ਤਿਨਕਾ ਜੋੜ ਕੇ ਮੈਂ ਆਪਣੀ ਬੇਟੀ ਦਾ ਦਾਜ ਬਣਾਇਆ ਸੀ। ਮੈਂ ਦਾਜ ਦੇ ਨਾਮ 'ਤੇ ਆਪਣੀ ਬੇਟੀ ਨੂੰ ਹਰ ਚੀਜ਼ ਦਿੱਤੀ ਸੀ। ਫਰਨੀਚਰ ਤੋਂ ਲੈ ਕੇ ਫਰਿੱਜ, ਵਾਸ਼ਿੰਗ ਮਸ਼ੀਨ ਤੱਕ ਸਭ ਕੁਝ ਦਿੱਤਾ ਸੀ। ਜੇਕਰ ਮੇਰਾ ਜਵਾਈ ਪਹਿਲਾਂ ਹੀ ਮੋਟਰਸਾਈਕਲ ਵਾਲੀ ਗੱਲ ਕਰਦਾ ਤਾਂ ਮੈਂ ਫਰਿੱਜ ਦੀ ਜਗ੍ਹਾ ਮੋਟਰਸਾਈਕਲ ਲੈ ਲੈਂਦੀ। ਪਰ ਹੁਣ ਤਾਂ ਮੇਰੇ ਕੋਲ ਪੈਸੇ ਵੀ ਖਤਮ ਹੋ ਚੁੱਕੇ ਸੀ ਅਤੇ ਹੁਣ ਐਨ ਵਿਦਾਈ ਦੇ ਸਮੇਂ ਮੈਂ ਮੋਟਰਸਾਈਕਲ ਕਿੱਥੋਂ ਲੈ ਆਉਂਦੀ। ਮੈਂ ਤਾਂ ਆਪਣੀ ਸਾਰੀ ਜਮ੍ਹਾਂ ਪੂੰਜੀ ਬੇਟੀ ਦੇ ਵਿਆਹ 'ਤੇ ਲਗਾ ਚੁੱਕੀ ਸੀ, ਬਲਕਿ 1 ਲੱਖ ਦਾ ਤਾਂ ਮੇਰੇ ਉੱਪਰ ਕਰਜ਼ਾ ਵੀ ਹੋ ਗਿਆ ਸੀ। ਮੈਂ ਆਪਣੀ ਸਾਰੀ ਬਰਾਦਰੀ ਦੇ ਸਾਹਮਣੇ ਆਪਣੀ ਬੇਟੀ ਦੇ ਸਹੁਰਿਆਂ ਦੇ ਅੱਗੇ ਹੱਥ ਜੋੜ ਦਿੱਤੇ। ਮੈਂ ਕਿਹਾ, ਰੱਬ ਦੇ ਵਾਸਤੇ ਮੇਰੀ ਇੱਜ਼ਤ ਰੱਖ ਲਓ। ਮੈਂ ਥੋੜ੍ਹੇ ਮਹੀਨਿਆਂ ਤੱਕ ਪੈਸੇ ਜਮ੍ਹਾਂ ਕਰਕੇ ਆਪਣੇ ਜਵਾਈ ਨੂੰ ਮੋਟਰਸਾਈਕਲ ਲੈ ਦੇਵਾਂਗੀ। ਪਰ ਲੜਕੇ ਦੀ ਮਾਂ ਗੁੱਸੇ ਨਾਲ ਕਹਿਣ ਲੱਗੀ ਕਿ ਤੈਨੂੰ ਤਾਂ ਜਵਾਈ ਦੀ ਇੱਜ਼ਤ ਤੱਕ ਨਹੀਂ ਕਰਨੀ ਆਉਂਦੀ। ਮੇਰੇ ਬੇਟੇ ਨੇ ਕਿਹੜੀ ਕੋਈ ਐਨੀ ਵੱਡੀ ਫਰਮਾਇਸ਼ ਕਰ ਦਿੱਤੀ ਜੋ ਤੇਰੇ ਲਈ ਪੂਰਾ ਕਰਨਾ ਮੁਸ਼ਕਲ ਹੈ। ਇੱਕ ਮੋਟਰਸਾਈਕਲ ਹੀ ਤਾਂ ਮੰਗਿਆ ਹੈ, ਕੀ ਤੂੰ ਉਸ ਨੂੰ ਲੈ ਕੇ ਨਹੀਂ ਦੇ ਸਕਦੀ? ਜ਼ਰਾ ਸੋਚੋ, ਇਸ ਨਾਲ ਤੇਰੀ ਬੇਟੀ ਦੀ ਇੱਜ਼ਤ ਵਧੇਗੀ। ਅੱਛਾ, ਜੇ ਤੂੰ ਮੋਟਰਸਾਈਕਲ ਖਰੀਦਣਾ ਭੁੱਲ ਗਈ ਤਾਂ ਉਸ ਦੇ ਪੈਸੇ ਹੀ ਦੇ ਦਿਓ, ਉਹ ਆਪਣੀ ਪਸੰਦ ਨਾਲ ਲੈ ਲਵੇਗਾ। ਹੁਣ ਮੈਂ ਆਪਣੀ ਬੇਟੀ ਦੀ ਸੱਸ ਨੂੰ ਕੀ ਦੱਸਦੀ ਕਿ ਮੇਰੇ ਕੋਲ ਤਾਂ 1 ਫੁੱਟੀ ਕੌੜੀ ਵੀ ਨਹੀਂ ਹੈ। ਮੈਂ ਕਿਹਾ, ਅਜੇ ਤਾਂ ਮੇਰੇ ਕੋਲ ਐਨੇ ਪੈਸੇ ਨਹੀਂ ਹਨ। ਤੁਹਾਡੇ ਸਾਹਮਣੇ ਹੀ ਤਾਂ ਵਿਆਹ 'ਤੇ ਇੰਨਾ ਖਰਚਾ ਕੀਤਾ ਹੈ। ਜਿੱਦਾਂ ਹੀ ਮੇਰੇ ਕੋਲ ਪੈਸੇ ਜਮ੍ਹਾਂ ਹੋ ਜਾਣਗੇ ਮੈਂ ਉਦੋਂ ਹੀ ਮੋਟਰਸਾਈਕਲ ਲੈ ਦੇਵਾਂਗੀ। ਮੇਰੀ ਬੇਟੀ ਦੇ ਸੱਸ ਸਹੁਰਾ ਤਾਂ ਖਾਮੋਸ਼ ਹੋ ਗਏ, ਪਰ ਮੇਰਾ ਜਵਾਈ ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ, ਮੇਰੀ ਵੀ ਕੋਈ ਇੱਜ਼ਤ ਹੈ ਇਸ ਘਰ ਵਿੱਚ ਜਾਂ ਨਹੀਂ? ਮੈਂ ਕਿਹੜੇ ਕੋਈ ਕਾਰੋਬਾਰ ਦੇ ਖਜ਼ਾਨੇ ਮੰਗ ਲਏ ਹਨ? ਮੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਦੇ ਵਿਆਹ ਤੇ ਦਾਜ ਵਿੱਚ ਮੋਟਰਸਾਈਕਲ ਮਿਲੀ ਹੈ। ਮੈਂ ਕੀ ਜਵਾਬ ਦੇਵਾਂਗਾ ਉਹਨਾਂ ਨੂੰ ਕਿ ਮੇਰੀ ਸੱਸ ਨੇ ਮੈਨੂੰ ਗੱਲਾਂ ਨਾਲ ਹੀ ਵਹਿਲਾ ਫੁਸਲਾ ਕੇ ਭੇਜ ਦਿੱਤਾ? ਮਾफ़ ਕਰਨਾ, ਪਰ ਹੁਣ ਤੁਹਾਡੀ ਬੇਟੀ ਮੇਰੇ ਨਾਲ ਉਦੋਂ ਹੀ ਵਿਦਾ ਹੋ ਕੇ ਜਾਏਗੀ ਜਦੋਂ ਤੁਹਾਡੇ ਕੋਲ ਨਵੀਂ ਮੋਟਰਸਾਈਕਲ ਹੋਵੇਗੀ। ਮੈਂ ਇੱਦਾਂ ਆਪਣੇ ਦੋਸਤਾਂ ਵਿੱਚ ਜਲੀਲ ਨਹੀਂ ਹੋ ਸਕਦਾ। ਜਵਾਈ ਦੀਆਂ ਗੱਲਾਂ ਨੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਕੱਢ ਦਿੱਤੀ। ਮੇਰੇ ਨਾਲ ਸਾਡੇ ਆਸ-ਪਾਸ ਦੀਆਂ ਸਿਆਣੀਆਂ ਔਰਤਾਂ ਅਤੇ ਬਜ਼ੁਰਗ ਵੀ ਮੇਰੇ ਜਵਾਈ ਨੂੰ ਸਮਝਾਉਣ ਲੱਗ ਪਏ ਕਿ ਇਹ ਗੱਲ ਸਹੀ ਨਹੀਂ ਹੈ। ਇਹ ਭੈਣ ਜੀ ਤਾਂ ਪਹਿਲਾਂ ਹੀ ਵਿਧਵਾ ਹੈ, ਫਿਰ ਵੀ ਇੱਜ਼ਤ ਨਾਲ ਕੰਮ ਕਰ ਰਹੀ ਹੈ ਤੇ ਆਪਣੀ ਬੇਟੀ ਦਾ ਵਿਆਹ ਚੰਗੀ ਤਰ੍ਹਾਂ ਕਰ ਰਹੀ ਹੈ। ਕਿਉਂ ਇਸ ਤਰ੍ਹਾਂ ਤੁਸੀਂ ਉਸ ਨੂੰ ਜਲੀਲ ਤੇ ਬੇਇੱਜ਼ਤ ਕਰ ਰਹੇ ਹੋ? ਦਾਜ ਤਾਂ ਉੱਦਾਂ ਵੀ ਬਹੁਤ ਵੱਡੀ ਲਾਨਤ ਹੈ। ਇੱਕ ਬਜ਼ੁਰਗ ਨੇ ਮੇਰੇ ਜਵਾਈ ਅਤੇ ਉਸਦੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੋਕ ਤਾਂ ਗੁੱਸਾ ਕਰ ਗਏ। ਕਹਿਣ ਲੱਗੇ, ਸਾਨੂੰ ਇਹ ਗੱਲਾਂ ਨਾ ਪੜ੍ਹਾਓ। ਇੰਨਾ ਹੀ ਵਿਧਵਾ ਔਰਤ ਦਾ ਫਿਕਰ ਸੀ ਤਾਂ ਖੁਦ ਕਿਉਂ ਨਹੀਂ ਕੋਈ ਇੰਤਜ਼ਾਮ ਕੀਤਾ? ਫਿਰ ਮੇਰਾ ਜਵਾਈ ਮੈਨੂੰ ਕਹਿਣ ਲੱਗਾ, ਦੇਖੋ ਜੀ, ਹੁਣ ਤਾਂ ਇਹ ਮੇਰੀ ਇੱਜ਼ਤ ਦਾ ਮਸਲਾ ਬਣ ਗਿਆ ਹੈ। ਹੁਣ ਤਾਂ ਤੁਹਾਡੀ ਬੇਟੀ ਮੇਰੇ ਨਾਲ ਉਦੋਂ ਹੀ ਵਿਦਾ ਹੋਵੇਗੀ ਜਦੋਂ ਮੋਟਰਸਾਈਕਲ ਦੀ ਚਾਬੀ ਮੇਰੇ ਹੱਥ ਵਿੱਚ ਹੋਵੇਗੀ। ਚਲੋ ਜੀ, ਉੱਠੋ ਇੱਥੋਂ। ਮੇਰਾ ਜਵਾਈ ਆਪਣੇ ਮਾਂ-ਬਾਪ ਨੂੰ ਉੱਠਣ ਦਾ ਕਹਿਣ ਲੱਗ ਪਿਆ। ਮੈਂ ਉਸਦੇ ਪੈਰ ਫੜ ਲਏ ਕਿ ਐਦਾਂ ਮੇਰੀ ਬੇਟੀ ਦੀ ਬਦਨਾਮੀ ਹੋ ਜਾਵੇਗੀ। ਐਦਾਂ ਨਾ ਕਰੋ, ਮੈਂ ਜਲਦ ਹੀ ਮੋਟਰਸਾਈਕਲ ਦੀ ਚਾਬੀ ਤੁਹਾਨੂੰ
ਦੇ ਦੇਵਾਂਗੀ, ਪਰ ਉਹ ਲੋਕ ਨਹੀਂ ਮੰਨੇ। ਮੇਰੀ ਬੇਟੀ ਵਿਆਹ ਹੋਣ ਦੇ ਬਾਵਜੂਦ ਮੇਰੇ ਹੀ ਘਰ ਦੁਲਹਨ ਬਣੀ ਬੈਠੀ ਰਹੀ ਅਤੇ ਉਸ ਦੀ ਬਰਾਤ ਬਿਨਾਂ ਦੁਲਹਨ ਤੋਂ ਹੀ ਜਾ ਚੁੱਕੀ ਸੀ। ਮੁਹੱਲੇ ਵਾਲੇ ਮੈਨੂੰ ਤਸੱਲੀਆਂ ਦੇ ਕੇ ਚਲੇ ਗਏ। ਮੈਂ ਬਹੁਤ ਰੋ ਰਹੀ ਸੀ। ਮੇਰੀ ਬੇਟੀ ਦੁਲਹਨ ਬਣੀ ਆਪਣੇ ਕਮਰੇ ਵਿੱਚੋਂ ਉੱਠ ਕੇ ਮੇਰੇ ਕੋਲ ਆ ਗਈ ਸੀ। ਜਦੋਂ ਉਹ ਸਵੇਰੇ ਪਾਰਲਰ ਤਿਆਰ ਹੋ ਕੇ ਆਈ ਸੀ ਤਾਂ ਉਦੋਂ ਕਿੰਨੀ ਖੁਸ਼ ਸੀ, ਪਰ ਹੁਣ ਉਸ ਦੇ ਅੱਥਰੂ ਨਹੀਂ ਰੁਕ ਰਹੇ ਸੀ। ਮੇਰਾ ਦਿਲ ਵੀ ਤਾਂ ਫਟਣ ਲੱਗ ਪਿਆ ਸੀ ਉਸ ਨੂੰ ਦੇਖ ਕੇ। ਮੈਂ ਉਸ ਦਾ ਦਰਦ ਚੰਗੀ ਤਰ੍ਹਾਂ ਸਮਝਦੀ ਸੀ ਕਿ ਇੱਕ ਲੜਕੀ ਤੇ ਉਸ ਸਮੇਂ ਕੀ ਗੁਜ਼ਰਦੀ ਹੈ ਜਦੋਂ ਉਸ ਦੀ ਬਰਾਤ ਵਾਪਸ ਚਲੀ ਜਾਵੇ। ਨਾ ਜਾਣੇ ਲੜਕੇ ਵਾਲਿਆਂ ਦੇ ਦਿਲ ਇੰਨੇ ਸਖਤ ਅਤੇ ਪੱਥਰ ਦੇ ਕਿਉਂ ਬਣੇ ਹੁੰਦੇ ਹਨ। ਉਹਨਾਂ ਨੂੰ ਇਹ ਕਿਉਂ ਨਹੀਂ ਨਜ਼ਰ ਆਉਂਦਾ ਕਿ ਬੇਟੀਆਂ ਦੀ ਇੱਜ਼ਤ ਕਿਸ ਕਦਰ ਨਾਜ਼ੁਕ ਹੁੰਦੀ ਹੈ। ਮੇਰੀ ਬੇਟੀ ਉੱਚੀ ਉੱਚੀ ਰੋ ਰਹੀ ਸੀ। ਮੈਂ ਉਸ ਨੂੰ ਸੀਨੇ ਨਾਲ ਲਗਾ ਲਿਆ ਸੀ। ਸਾਰੀ ਰਾਤ ਸਾਡੀ ਮਾਂ ਬੇਟੀ ਦੀ ਰੋਂਦਿਆਂ ਦੀ ਹੀ ਗੁਜ਼ਰੀ। ਸਵੇਰੇ ਹੋਈ ਤਾਂ ਮੈਂ ਆਪਣੀ ਬੇਟੀ ਦੇ ਸਹੁਰਾ ਪਿੰਡ ਜਾਣ ਦਾ ਫੈਸਲਾ ਕੀਤਾ। ਮੇਰੀ ਬੇਟੀ ਮੈਨੂੰ ਮਨਾ ਕਰਨ ਲੱਗ ਪਈ, ਪਰ ਮੈਂ ਆਪਣੀ ਬੇਟੀ ਦਾ ਘਰ ਬਚਾਉਣ ਦੇ ਲਈ ਝੁਕਣ ਲਈ ਤਿਆਰ ਸੀ। ਜਿਸ ਇਲਾਕੇ ਵਿੱਚ ਮੈਂ ਰਹਿੰਦੀ ਸੀ, ਉਸ ਇਲਾਕੇ ਵਿੱਚ ਜਦੋਂ ਬੇਟੀ ਦੀ ਬਰਾਤ ਵਾਪਸ ਚਲੀ ਜਾਵੇ ਤਾਂ ਕੀ ਇੱਜ਼ਤ ਰਹਿੰਦੀ ਹੈ, ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਮੈਂ ਬੇਟੀ ਨੂੰ ਸਮਝਾਇਆ ਅਤੇ ਉਸਦੇ ਸਹੁਰਿਆਂ ਦੇ ਵੱਲ ਨੂੰ ਚੱਲ ਪਈ। ਉੱਥੇ ਪਹੁੰਚ ਕੇ ਮੈਂ ਦਰਵਾਜ਼ੇ 'ਤੇ ਦਸਤਕ ਦਿੱਤੀ। ਰੇਹਾਨ ਦੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਦੇਖ ਕੇ ਮੂੰਹ ਫੇਰ ਲਿਆ। ਮੈਂ ਅੰਦਰ ਆਉਣ ਦੀ ਇਜਾਜ਼ਤ ਲਈ। ਮੈਨੂੰ ਆਪਣੇ ਘਰ ਦੇਖ ਕੇ ਰੇਹਾਨ ਦੀ ਮਾਂ ਦੇ ਮੱਥੇ 'ਤੇ ਵੱਟ ਪੈ ਗਏ ਅਤੇ ਉਹ ਝੱਟ ਹੀ ਬੋਲੀ, ਹੋ ਗਿਆ ਮੋਟਰਸਾਈਕਲ ਦਾ ਇੰਤਜ਼ਾਮ? ਲਿਆਓ, ਮੈਨੂੰ ਚਾਬੀ ਦਿਓ। ਮੈਂ ਉਸ ਦੀਆਂ ਗੱਲਾਂ 'ਤੇ ਨਜ਼ਰਾਂ ਝੁਕਾ ਲਈਆਂ। ਘਰ ਤੋਂ ਲੈ ਸਾਰੇ ਰਸਤੇ ਵਿੱਚ ਜੋ ਮੈਂ ਹਿੰਮਤ ਇਕੱਠੀ ਕੀਤੀ ਉਹ ਸਾਰੀ ਇੱਕ ਹੀ ਝਟਕੇ ਵਿੱਚ ਖਤਮ ਹੋ ਗਈ। ਉਦੋਂ ਹੀ ਮੇਰਾ ਜਵਾਈ ਕਮਰੇ ਵਿੱਚੋਂ ਬਾਹਰ ਨਿਕਲ ਕੇ ਆ ਗਿਆ। ਕਹਿੰਦੇ ਹਨ ਕਿ ਜਦੋਂ ਸ਼ਬਦ ਮੌਜੂਦ ਨਾ ਹੋਣ ਤਾਂ ਅਥਰੂ ਹੀ ਸਾਡੀ ਗੱਲ ਦੱਸਣ ਜੋਗੇ ਰਹਿ ਜਾਂਦੇ ਹਨ। ਮੈਂ ਰੋਂਦੀ ਹੋਈ ਹੱਥ ਜੋੜ ਕੇ ਬੇਟੀ ਦੀ ਸੱਸ ਤੇ ਜਵਾਈ ਦੇ ਅੱਗੇ ਖੜੀ ਹੋ ਗਈ ਅਤੇ ਕਿਹਾ, ਮੈਨੂੰ 6 ਮਹੀਨੇ ਦੀ ਮੌਲਤ ਦੇ ਦਿਓ। ਮੈਂ ਦਿਨ ਰਾਤ ਮਿਹਨਤ ਕਰਾਂਗੀ ਅਤੇ ਮੋਟਰਸਾਈਕਲ ਦੇ ਲਈ ਪੈਸੇ ਜਮ੍ਹਾਂ ਕਰਾਂਗੀ। ਮੈਂ ਕਮੇਟੀਆਂ ਵੀ ਪਾ ਰੱਖੀਆਂ ਹਨ। ਜਿੱਦਾਂ ਹੀ ਨਿਕਲ ਗਈਆਂ, ਮੈਂ ਰੇਹਾਨ ਬੇਟੀ ਨੂੰ ਮੋਟਰਸਾਈਕਲ ਲੈ ਦੇਵਾਂਗੀ, ਪਰ ਮਿਹਰਬਾਨੀ ਕਰਕੇ ਮੇਰੀ ਬੇਟੀ ਨਾਲ ਤਾਲੁਕ ਨਾ ਤੋੜਨਾ। ਅਸੀਂ ਸਿੱਧੇ ਜਿਹੇ ਲੋਕ ਹਾਂ। ਸਿਰਫ ਇੱਜ਼ਤ ਹੀ ਸਾਡੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ। ਮੇਰੇ ਸ਼ਬਦ ਸੁਣ ਕੇ ਮੇਰਾ ਜਵਾਈ ਸਾਹਮਣੇ ਆ ਗਿਆ। ਸ਼ਾਇਦ ਉਸ ਨੂੰ ਮੇਰੀ ਹਾਲਤ ਉੱਪਰ ਤਰਸ ਆ ਗਿਆ ਸੀ। ਆਖਰਕਾਰ ਜਵਾਈ ਬੋਲਿਆ, ਠੀਕ ਹੈ, ਤੁਹਾਡੀ ਬੇਟੀ ਨੂੰ ਤਲਾਕ ਨਹੀਂ ਦੇਵਾਂਗਾ, ਪਰ ਉਹ ਇਸ ਘਰ ਵਿੱਚ ਵਿਦਾ ਹੋ ਕੇ ਉਦੋਂ ਹੀ ਆਵੇਗੀ ਜਦੋਂ ਮੇਰੇ ਹੱਥ ਵਿੱਚ ਮੋਟਰਸਾਈਕਲ ਦੀ ਚਾਬੀ ਹੋਵੇਗੀ। ਉਸ ਦੀ ਗੱਲ ਸੁਣ ਕੇ ਮੈਨੂੰ ਕੁਝ ਤਸੱਲੀ ਹੋਈ। ਮਾਂ-ਬਾਪ ਨੂੰ ਆਪਣੀਆਂ ਬੇਟੀਆਂ ਦਾ ਘਰ ਬਸਾਉਣ ਦੇ ਲਈ ਕੀ ਕਰਨਾ ਪੈਂਦਾ ਹੈ, ਇਹ ਸਿਰਫ ਮੇਰੇ ਵਰਗੀਆਂ ਮਾਵਾਂ ਹੀ ਸਮਝ ਸਕਦੀਆਂ ਹਨ। ਮੈਂ ਉੱਥੋਂ ਵਾਪਸ ਘਰ ਆ ਗਈ, ਪਰ ਬੇਟੀ ਨੂੰ ਉੱਥੇ ਮੇਰੇ ਨਾਲ ਹੋਏ ਸਲੂਕ ਦੇ ਬਾਰੇ ਕੁਝ ਨਹੀਂ ਦੱਸਿਆ। ਸਿਰਫ ਇੰਨਾ ਹੀ ਕਿਹਾ ਕਿ ਉਹਨਾਂ ਨੇ ਸਾਨੂੰ 6 ਮਹੀਨੇ ਦਾ ਸਮਾਂ ਦੇ ਦਿੱਤਾ ਹੈ। ਮੇਰੀ ਗੱਲ ਤੇ ਮੇਰੀ ਬੇਟੀ ਕਹਿਣ ਲੱਗੀ, ਜੇ 6 ਮਹੀਨੇ ਬਾਅਦ ਅਸੀਂ ਮੋਟਰਸਾਈਕਲ ਦੇ ਪੈਸੇ ਜਮ੍ਹਾਂ ਨਾ ਕਰ ਸਕੇ ਤਾਂ ਕਿ ਉਹ ਮੈਨੂੰ ਛੱਡ ਦੇਵੇਗਾ? ਕੀ ਫਾਇਦਾ ਮਾਂ ਇਹਨਾਂ ਰਿਸ਼ਤਿਆਂ ਦਾ, ਜਿੱਥੇ ਰਿਸ਼ਤੇ ਪੈਸਿਆਂ ਨਾਲ ਤੋਲੇ ਜਾਂਦੇ ਹਨ। ਮੇਰੀ ਬੇਟੀ ਦੀ ਗੱਲ ਬਿਲਕੁਲ ਸਹੀ ਸੀ, ਪਰ ਇਹ ਦੁਨੀਆ ਕਦੋਂ ਕਿਸੇ 'ਤੇ ਰਹਿਮ ਕਰਦੀ ਹੈ। ਮੈਂ ਉਸ ਤੋਂ ਮੁਹੱਲੇ ਦੇ ਕਈ ਲੋਕਾਂ ਨੂੰ ਕਹਿ ਕੇ ਸਿਲਾਈ ਦੇ ਲਈ ਕੱਪੜੇ ਮੰਗਵਾਉਣ ਦਾ ਕਿਹਾ। ਮੇਰੇ ਮੁਹੱਲੇ ਵਾਲੇ ਬਹੁਤ ਚੰਗੇ ਸੀ। ਉਹਨਾਂ ਨੇ ਇਸ ਕੰਮ ਵਿੱਚ ਮੇਰੀ ਬਹੁਤ ਮਦਦ ਕੀਤੀ। ਮੈਂ ਕਿਸੇ ਦਾ ਅਹਿਸਾਨ ਨਹੀਂ ਲੈਣਾ ਚਾਹੁੰਦੀ ਸੀ, ਬਸ ਐਨੀ ਕਿ ਮਦਦ ਚਾਹੀਦੀ ਹੈ ਕਿ ਉਹ ਮੈਨੂੰ ਆਪਣੇ ਰਿਸ਼ਤੇਦਾਰਾਂ ਵਿੱਚ ਬਤੌਰ ਦਰਜਨ ਦੱਸਣ ਤਾਂ ਜੋ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਮਿਲ ਸਕੇ। ਮੇਰੇ ਕੋਲ ਸਿਲਾਈ ਕਰਨ ਵਾਲੇ ਕੱਪੜਿਆਂ ਦਾ ਭੰਡਾਰ ਲੱਗ ਚੁੱਕਿਆ ਸੀ। ਫਿਰ ਮੈਂ ਦਿਨ ਰਾਤ ਮਿਹਨਤ ਕਰਨ ਲੱਗ ਪਈ। ਮੇਰੀ ਬੇਟੀ ਵੀ ਸਾਰੀ ਰਾਤ ਮੇਰੇ ਨਾਲ ਬੈਠ ਕੇ ਕੱਪੜੇ ਸਿਲਾਈ ਕਰਦੀ ਰਹਿੰਦੀ। ਹੱਥ ਦੀਆਂ ਉਂਗਲੀਆਂ ਤੇ ਰੀੜ੍ਹ ਦੀ ਹੱਡੀ ਦਰਦ ਨਾਲ ਟੁੱਟ ਰਹੀ ਸੀ। ਅੱਖਾਂ ਦਾ ਨੂਰ ਦਿਨ ਰਾਤ ਕੰਮ ਕਰਨ ਨਾਲ ਖਤਮ ਹੁੰਦਾ ਜਾ ਰਿਹਾ ਸੀ, ਪਰ ਮੈਨੂੰ ਆਪਣੇ ਜਵਾਈ ਨੂੰ ਹਰ ਹਾਲਤ ਵਿੱਚ ਮੋਟਰਸਾਈਕਲ ਲੈ ਕੇ ਦੇਣਾ ਸੀ। ਇੱਕ ਦਿਨ ਮੇਰੀ ਕਮਰ ਵਿੱਚ ਇੰਨਾ ਤੇਜ਼ ਦਰਦ ਉੱਠਿਆ ਕਿ ਮੈਂ ਚੀਕ ਕੇ ਡਿੱਗ ਪਈ। ਮੇਰੀ ਬੇਟੀ ਇਸ ਹਾਲਤ ਵਿੱਚ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਈ। ਘਰ ਵਿੱਚ ਕੋਈ ਵੀ ਮਰਦ ਮੌਜੂਦ ਨਹੀਂ ਸੀ ਜੋ ਮੈਨੂੰ ਹਸਪੀਟਲ ਲੈ ਕੇ ਜਾਂਦਾ। ਮੇਰੀ ਬੇਟੀ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਸਹਾਰਾ ਦੇ ਕੇ ਹਸਪੀਟਲ ਲੈ ਗਈ। ਬੁਢਾਪੇ ਦੀ ਵਜ੍ਹਾ ਨਾਲ ਮੇਰੇ ਉੱਪਰ ਕਈ ਬਿਮਾਰੀਆਂ ਨੇ ਹਮਲਾ ਕਰ ਦਿੱਤਾ ਸੀ। ਮਹਿੰਗੀਆਂ ਦਵਾਈਆਂ ਨਾਲ ਇਲਾਜ ਸ਼ੁਰੂ ਕੀਤਾ ਗਿਆ ਅਤੇ ਮੇਰੇ ਕਈ ਟੈਸਟ ਕਰਵਾਏ ਗਏ, ਜਿਨ੍ਹਾਂ ਵਿੱਚ ਕਈ ਹਜ਼ਾਰਾਂ ਨਾਲ ਖਰਚਾ ਹੋਇਆ। ਡਾਕਟਰਾਂ ਦਾ ਕਹਿਣਾ ਸੀ ਕਿ ਮੇਰੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਚੁੱਕੀ ਹੈ। ਹੁਣ ਮੈਨੂੰ 2 ਮਹੀਨੇ ਬੈੱਡ ਰੈਸਟ ਕਰਨੀ ਪਵੇਗੀ, ਨਹੀਂ ਤਾਂ ਮੇਰੇ ਪੂਰੇ ਸਰੀਰ ਨੂੰ ਖਤਰਾ ਹੈ। ਡਾਕਟਰ ਦੀ ਗੱਲ ਸੁਣ ਕੇ ਮੇਰਾ ਦਿਲ ਡੁੱਬ ਜਿਹਾ ਗਿਆ।
2 ਮਹੀਨੇ ਜੇ ਮੈਂ ਬੈੱਡ ਤੇ ਪੈ ਗਈ ਤਾਂ ਜਵਾਈ ਨੂੰ ਮੋਟਰਸਾਈਕਲ ਕਿੱਥੋਂ ਲੈ ਕੇ ਦੇਵਾਂਗੀ। ਇਸ ਤੋਂ ਵੀ ਜ਼ਿਆਦਾ ਮੇਰਾ ਦਿਲ ਇਸ ਗੱਲ ਤੇ ਦੁਖੀ ਸੀ ਕਿ ਜੋ ਮੁਸ਼ਕਲ ਨਾਲ 20,000 ਪਿਛਲੇ ਦਿਨਾਂ ਵਿੱਚ ਜਮ੍ਹਾਂ ਹੋਏ ਸੀ, ਉਹ ਮੇਰੇ ਮਹਿੰਗੇ ਟੈਸਟ ਅਤੇ ਦਵਾਈਆਂ ਦੇ ਖਰਚਿਆਂ ਵਿੱਚ ਹੀ ਇੱਕ ਦਿਨ ਵਿੱਚ ਖਰਚ ਹੋ ਗਏ ਸੀ। ਕਹਿੰਦੇ ਹਨ ਕਿ ਮਿਹਨਤ ਦੇ ਪੈਸਿਆਂ ਵਿੱਚ ਬਰਕਤ ਹੁੰਦੀ ਹੈ। ਜੇ ਇਹ ਕੋਈ ਮੈਨੂੰ ਜਾਂ ਮੇਰੀ ਬੇਟੀ ਨੂੰ ਪੁੱਛਦਾ, ਜਿਨ੍ਹਾਂ ਨੇ ਹੱਕ ਹਲਾਲ ਦੀ ਕਮਾਈ ਦਿਨ ਰਾਤ ਮਿਹਨਤ ਕਰਕੇ ਕਮਾਏ ਸੀ, ਉਹ 1 ਮਿੰਟ ਵਿੱਚ ਹੀ ਇੱਕ ਦਿਨ ਵਿੱਚ ਡਾਕਟਰਾਂ ਨੇ ਬਿੱਲ ਬਣਾ ਕੇ ਮੇਰੇ ਕੋਲੋਂ ਵਸੂਲ ਕਰ ਲਏ ਸਨ। ਮੈਂ ਘਰ ਆ ਕੇ ਲੇਟ ਤਾਂ ਗਈ, ਪਰ ਮੇਰੇ ਦਿਮਾਗ ਵਿੱਚ ਰਹਿ ਕੇ ਇੱਕ ਹੀ ਖਿਆਲ ਸਤਾਈ ਜਾ ਰਿਹਾ ਸੀ ਕਿ ਹੁਣ ਕੀ ਹੋਵੇਗਾ। 2 ਮਹੀਨਿਆਂ ਦੀ ਜਮ੍ਹਾਂ ਪੂੰਜੀ ਤਾਂ ਐਦਾਂ ਹੀ ਜਾ ਚੁੱਕੀ ਸੀ। ਮੇਰੀ ਬੇਟੀ ਮੈਨੂੰ ਲਟਾ ਕੇ ਖੁਦ ਕੱਪੜੇ ਸੀਨ ਲੱਗ ਪਈ। ਕੁਝ ਦਿਨ ਆਰਾਮ ਕਰਨ ਤੋਂ ਬਾਅਦ ਮੈਂ ਵੀ ਕੱਪੜੇ ਸਿਲਾਈ ਕਰਨ ਦੇ ਲਈ ਉੱਠੀ ਤਾਂ ਮੇਰੀ ਬੇਟੀ ਨੇ ਤੁਰੰਤ ਮਨਾ ਕਰ ਦਿੱਤਾ। ਮੈਂ ਉਸ ਨੂੰ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ, ਇਹ ਤਾਂ ਬਸ ਡਾਕਟਰਾਂ ਦੇ ਬਹਾਨੇ ਹੁੰਦੇ ਹਨ ਸਾਡੇ ਕੋਲੋਂ ਪੈਸੇ ਵਸੂਲਣ ਦੇ। ਨਹੀਂ, ਮੈਂ ਤਾਂ ਬਿਲਕੁਲ ਠੀਕ ਹਾਂ। ਦਰਦ ਦੀ ਦਵਾਈ ਲਵਾਂਗੀ ਤਾਂ ਦਰਦ ਬਿਲਕੁਲ ਗਾਇਬ ਹੋ ਜਾਵੇਗਾ। ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਤਸੱਲੀ ਦੇ ਕੇ ਮੈਂ ਵਾਪਸ ਸਿਲਾਈ ਕਰਨ ਬੈਠ ਚੁੱਕੀ ਸੀ। ਮੇਰਾ ਸਰੀਰ ਦਰਦ ਦੇ ਨਾਲ ਟੁੱਟ ਰਿਹਾ ਸੀ, ਪਰ ਬੇਟੀ ਨੂੰ ਕਦੀ ਵੀ ਜ਼ਾਹਰ ਨਾ ਹੋਣ ਦਿੰਦੀ ਅਤੇ ਨਾ ਹੀ ਦੁਬਾਰਾ ਡਾਕਟਰ ਦੇ ਕੋਲ ਗਈ। ਬਸ ਇੱਕ ਵਾਰ ਮੇਰੀ ਬੇਟੀ ਆਪਣੇ ਘਰ ਦੀ ਹੋ ਜਾਵੇ, ਫਿਰ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਸੀ। ਅੱਜ ਸਵੇਰੇ 10 ਹੀ ਵਜੇ ਸੀ ਕਿ ਦਰਵਾਜ਼ੇ ਤੇ ਜ਼ੋਰ-ਜ਼ੋਰ ਦੀ ਕਿਸੇ ਨੇ ਦਸਤਕ ਦਿੱਤੀ। ਮੈਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਚੌਂਕ ਗਈ, ਕਿਉਂਕਿ ਸਾਹਮਣੇ ਮੇਰਾ ਜਵਾਈ ਸੀ, ਗੁੱਸੇ ਨਾਲ ਭਰਿਆ ਹੋਇਆ ਖੜਾ ਸੀ। ਮੈਂ ਜਲਦੀ ਨਾਲ ਅੰਦਰ ਆਉਣ ਦਾ ਕਿਹਾ। ਉਹ ਅੰਦਰ ਆਇਆ ਅਤੇ ਆਉਂਦੇ ਹੀ ਕਹਿਣ ਲੱਗਾ, ਕਿੱਥੇ ਹੈ ਮੇਰਾ ਮੋਟਰਸਾਈਕਲ? ਹੁਣ ਮੈਨੂੰ ਹੋਰ ਕਿੰਨਾ ਇੰਤਜ਼ਾਰ ਕਰਨਾ ਪਵੇਗਾ? ਜਵਾਈ ਦੀ ਗੱਲ ਸੁਣ ਕੇ ਮੈਂ ਖਾਮੋਸ਼ ਹੋ ਗਈ। ਅਜੇ ਤਾਂ ਸਿਰਫ 2 ਮਹੀਨੇ ਹੀ ਗੁਜ਼ਰੇ ਸੀ, ਜਦਕਿ ਮੈਂ 6 ਮਹੀਨਿਆਂ ਦਾ ਸਮਾਂ ਮੰਗਿਆ ਸੀ। ਮੈਂ ਆਪਣੇ ਜਵਾਈ ਨੂੰ ਬੈਠਣ ਦਾ ਕਿਹਾ ਤਾਂ ਉਹ ਬੋਲਿਆ, ਮੈਂ ਇੱਥੇ ਬੈਠਣ ਨਹੀਂ ਆਇਆ। ਜਾਂ ਤਾਂ ਮੈਨੂੰ ਮੋਟਰਸਾਈਕਲ ਦੇ ਪੈਸੇ ਦੇ ਦਿਓ ਜਾਂ ਨਵਾਂ ਮੋਟਰਸਾਈਕਲ ਲੈ ਕੇ ਦਿਓ। ਹੁਣ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਉਸ ਦੀ ਗੱਲ ਸੁਣ ਕੇ ਮੈਂ ਉਸ ਦੀਆਂ ਮਿੰਨਤਾਂ ਕਰਨ ਲੱਗ ਪਈ ਅਤੇ ਉਸ ਨੂੰ ਆਪਣੀ ਬਿਮਾਰੀ ਦੇ ਬਾਰੇ ਦੱਸਿਆ, ਜਿਸ ਨੂੰ ਸੁਣ ਕੇ ਉਹ ਮੂੰਹ ਫੇਰ ਕੇ ਬੋਲਿਆ, ਸਿੱਧੀ ਤਰ੍ਹਾਂ ਬੋਲੋ ਨਾ ਕਿ ਤੁਸੀਂ ਪੈਸੇ ਨਹੀਂ ਜੋੜ ਸਕੇ ਅਤੇ ਹੁਣ ਬੇਟੀ ਦੇ ਲਈ ਤਲਾਕ ਚਾਹੁੰਦੇ ਹੋ। ਜਵਾਈ ਦੇ ਇਹ ਕੁਝ ਸ਼ਬਦ ਮੇਰੀ ਰੂਹ ਕੱਢ ਰਹੇ ਸੀ। ਕਿੰਨੀ ਆਸਾਨੀ ਨਾਲ ਉਹ ਕਹਿ ਚੁੱਕਿਆ ਸੀ ਕਿ ਮੈਂ ਬੇਟੀ ਦੇ ਲਈ ਤਲਾਕ ਚਾਹੁੰਦੀ ਹਾਂ। ਮੇਰੇ ਮੂੰਹ 'ਚ ਆਏ ਅਲਫਾਜ਼ ਜ਼ੁਬਾਨ 'ਤੇ ਹੀ ਦਮ ਤੋੜ ਗਏ। ਮੈਂ ਆਪਣੀਆਂ ਅੱਖਾਂ ਵਿੱਚ ਅੱਥਰੂ ਲਈ ਆਪਣੇ ਜਵਾਈ ਦੇ ਵੱਲ ਦੇਖਣ ਲੱਗ ਪਈ। ਕਾਸ਼ ਉਹ ਇੱਕ ਵਿਧਵਾ ਮਾਂ ਦੇ ਦਿਲ ਦੇ ਅੰਦਰ ਝਾਕ ਕੇ ਦੇਖ ਸਕਦਾ ਕਿ ਮੈਂ ਇਸ ਵਕਤ ਵਿੱਚ ਕਿਸ ਤਕਲੀਫ ਵਿੱਚ ਗੁਜ਼ਰ ਰਹੀ ਹਾਂ। ਮੈਨੂੰ ਖਾਮੋਸ਼ ਖੜੀ ਨੂੰ ਦੇਖ ਕੇ ਉਹ ਬੋਲਿਆ, ਹੁਣ ਮੈਂ ਚੱਲਦਾ ਹਾਂ। ਬਹੁਤ ਜਲਦੀ ਤਲਾਕ ਦੇ ਪੇਪਰ ਤੁਹਾਡੇ ਤੱਕ ਪਹੁੰਚ ਜਾਣਗੇ। ਉਸ ਦੇ ਸ਼ਬਦ ਮੈਨੂੰ ਵਾਪਸ ਹੋਸ਼ ਵਿੱਚ ਲਿਆ ਚੁੱਕੇ ਸੀ। ਮੈਂ ਬੁਖਲਾਈ ਹੋਈ ਇੱਕ ਵਾਰ ਫਿਰ ਤੋਂ ਉਸ ਦੇ ਕਦਮਾਂ ਵਿੱਚ ਡਿੱਗ ਕੇ ਮੋਹਲਤ ਮੰਗਣ ਲੱਗ ਪਈ। ਮੈਨੂੰ ਇਸ ਤਰ੍ਹਾਂ ਕਦਮਾਂ ਵਿੱਚ ਰੋਂਦੀ ਦੇਖ ਕੇ ਉਹ ਕਹਿਣ ਲੱਗਾ, ਸਿਰਫ 2 ਹਫ਼ਤਿਆਂ ਦਾ ਸਮਾਂ ਦਵਾਂਗਾ। ਜੇ ਮੇਰੀ ਡਿਮਾਂਡ ਪੂਰੀ ਨਾ ਕਰ ਸਕੇ ਤਾਂ ਸਮਝ ਜਾਣਾ, ਮੇਰੇ ਵੱਲੋਂ ਤੁਹਾਡੀ ਬੇਟੀ ਆਜ਼ਾਦ ਹੋ ਚੁੱਕੀ ਹੈ। ਇੰਨਾ ਕਹਿ ਕੇ ਉਹ ਉੱਥੋਂ ਜਾ ਚੁੱਕਿਆ ਸੀ ਅਤੇ ਮੈਂ ਉੱਥੇ ਹੀ ਜ਼ਮੀਨ 'ਤੇ ਬੈਠ ਕੇ ਆਪਣਾ ਚਿਹਰਾ ਲੁਕੋ ਕੇ ਰੋਣ ਲੱਗ ਪਈ ਸੀ। ਮੈਂ ਹੋਰ ਕਿੰਨਾ ਝੁਕ ਸਕਦੀ ਸੀ? ਕਿਉਂ ਇਹਨਾਂ ਲੋਕਾਂ ਨੂੰ ਖੌਫ ਨਹੀਂ ਆਉਂਦਾ ਸੀ? ਕੀ ਇਹਨਾਂ ਲੋਕਾਂ ਦੇ ਬੇਟੀਆਂ ਭੈਣਾਂ ਨਹੀਂ ਸੀ? 2 ਹਫ਼ਤਿਆਂ ਵਿੱਚ ਮੇਰੇ ਕੋਲੋਂ 10,000 ਹੀ ਜਮ੍ਹਾਂ ਹੋਏ ਸੀ। ਅਜੇ ਵੀ ਪੈਸੇ ਘੱਟ ਸੀ। ਮੇਰੀ ਬੇਟੀ ਇਸ ਗੱਲ ਤੋਂ ਅਣਜਾਣ ਸੀ ਕਿ ਜਵਾਈ ਨੇ ਮੋਹਲਤ ਘੱਟ ਕਰ ਦਿੱਤੀ ਸੀ। ਕੁਝ ਦੇਰ ਬਾਅਦ ਦਰਵਾਜ਼ੇ 'ਤੇ ਦਸਤਕ ਹੋਈ। ਮੇਰੇ ਦਿਲ ਵਿੱਚ ਖਤਰੇ ਦੀਆਂ ਘੰਟੀਆਂ ਵੱਜਣ ਲੱਗ ਪਈਆਂ। ਮੈਂ ਕੰਬਦੇ ਹੱਥਾਂ ਨਾਲ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਜਵਾਈ ਖੜਾ ਸੀ, ਪਰ ਇਸ ਵਾਰ ਉਸ ਦੇ ਚਿਹਰੇ 'ਤੇ ਕੋਈ ਗੁੱਸਾ ਗਿਲਾ ਨਹੀਂ ਸੀ। ਉਹ ਚੱਲਦਾ ਹੋਇਆ ਅੰਦਰ ਆਇਆ ਤੇ ਮੈਂ ਉਸ ਨੂੰ ਕਮਰੇ ਵਿੱਚ ਬਿਠਾਇਆ ਤੇ ਉਹ ਕਹਿਣ ਲੱਗਾ, ਮੈਨੂੰ ਆਪਣੀ ਪਤਨੀ ਸੋਨੀ ਨਾਲ ਕੁਝ ਗੱਲ ਕਰਨੀ ਹੈ, ਉਸ ਨੂੰ ਮੇਰੇ ਕੋਲ ਭੇਜੋ। ਜਵਾਈ ਦੀ ਗੱਲ ਸੁਣ ਕੇ ਮੈਂ ਹੈਰਾਨੀ ਦੇ ਨਾਲ ਦੇਖਣ ਲੱਗ ਪਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਦੀ ਇਸ ਗੱਲ 'ਤੇ ਹੈਰਾਨ ਹੋਵਾਂ ਜਾਂ ਖੁਸ਼ ਹੋਵਾਂ। ਕਿਤੇ ਮੇਰੀਆਂ ਦੁਆਵਾਂ ਦਾ ਸਿਲਾ ਤਾਂ ਨਹੀਂ ਮਿਲਣ ਵਾਲਾ? ਕਿਤੇ ਮੇਰੇ ਜਵਾਈ ਨੂੰ ਸਾਡੀ ਹਾਲਤ 'ਤੇ ਤਰਸ ਤਾਂ ਨਹੀਂ ਆ ਗਿਆ ਅਤੇ ਉਹ ਮੇਰੀ ਬੇਟੀ ਨੂੰ ਘਰ ਲਿਜਾਉਣਾ ਚਾਹੁੰਦਾ ਹੋਵੇ? ਮੈਨੂੰ ਸੋਚਾਂ ਵਿੱਚ ਗੁੰਮ ਦੇਖ ਕੇ ਮੇਰਾ ਜਵਾਈ ਮੇਰੇ ਵੱਲ ਗੌਰ ਨਾਲ ਦੇਖਣ ਲੱਗ ਪਿਆ ਤੇ ਬੋਲਿਆ, ਮੰਮੀ ਜੀ, ਸੋਨੀ ਨੂੰ ਬੁਲਾਓ। ਮੇਰੇ ਕੋਲ ਜ਼ਿਆਦਾ ਵਕਤ ਨਹੀਂ ਹੈ ਜੋ ਮੈਂ ਇੱਥੇ ਬੈਠ ਕੇ ਖਰਾਬ ਕਰਦਾ ਰਹਾਂ। ਉਸ ਦੀ ਗੱਲ ਸੁਣ ਕੇ ਮੈਂ ਜ਼ਰਾ ਹੋਸ਼ ਸੰਭਾਲੀ। ਮੈਂ ਕਮਰੇ 'ਚੋਂ ਬਾਹਰ ਨਿਕਲੀ ਤਾਂ ਦੇਖਿਆ ਮੇਰੀ ਬੇਟੀ ਬਾਹਰ ਹੀ ਖੜੀ ਆਪਣੇ ਪਤੀ ਦੀਆਂ ਗੱਲਾਂ ਸੁਣ ਰਹੀ ਸੀ। ਉਹ ਗੁੱਸੇ ਨਾਲ ਵਾਪਸ ਰਸੋਈ ਵਿੱਚ ਚਲੀ ਗਈ। ਮੈਂ ਉਸ ਨੂੰ ਰਿਹਾਨ ਦੇ ਬਾਰੇ ਦੱਸਿਆ ਤਾਂ ਉਸਨੇ ਸਾਫ਼ ਮਨਾ ਕਰ ਦਿੱਤਾ। ਉਹ ਬੋਲੀ, ਮੈਂ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ। ਇਹਨਾਂ ਨੂੰ ਤਾਂ ਮੋਟਰਸਾਈਕਲ ਨਾਲ ਮਤਲਬ ਹੈ। ਉਸ ਦੇ ਬਦਲੇ ਹੀ ਇਹ ਮੈਨੂੰ ਇੱਥੋਂ ਲੈ ਕੇ ਜਾਣਾ ਚਾਹੁੰਦੇ ਹਨ
ਤਾਂ ਫਿਰ ਮੇਰੇ ਨਾਲ ਕਿਉਂ ਮਿਲਣਾ ਚਾਹੁੰਦੇ ਹਨ? ਹੁਣ ਮੈਂ ਉਦੋਂ ਹੀ ਮਿਲਾਂਗੀ ਜਦੋਂ ਮੋਟਰਸਾਈਕਲ ਦੀ ਚਾਬੀ ਮੇਰੇ ਹੱਥ ਵਿੱਚ ਹੋਵੇਗੀ। ਬੇਟੀ ਦੀ ਗੱਲ ਸੁਣ ਕੇ ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮੇਰੇ ਹੱਥ ਪੈਰ ਫੁੱਲਣ ਲੱਗ ਪਏ ਕਿ ਕਿਤੇ ਜਵਾਈ ਤੱਕ ਇਸ ਦੀ ਆਵਾਜ਼ ਪਹੁੰਚ ਗਈ ਤਾਂ ਨਾ ਜਾਣੇ ਕੀ ਹੋਵੇਗਾ। ਬਣੀ ਬਣਾਈ ਗੱਲ ਬੈਠੇ ਬਿਠਾਏ ਵਿਗੜ ਸਕਦੀ ਹੈ। ਮੈਂ ਬੇਟੀ ਨੂੰ ਬਹੁਤ ਸਮਝਾਇਆ ਕਿ ਉਹ ਤੇਰਾ ਪਤੀ ਹੈ, ਇੱਕ ਵਾਰ ਜਾ ਕੇ ਉਸ ਦੀ ਗੱਲ ਸੁਣ ਲਾ। ਆਖਿਰ ਉਹ ਕਹਿਣਾ ਕੀ ਚਾਹੁੰਦਾ ਹੈ, ਪਰ ਉਸਨੇ ਸਾਫ਼-ਸਾਫ਼ ਮਨਾ ਕਰ ਦਿੱਤਾ। ਨਾ ਜਾਣੇ ਮੇਰਾ ਜਵਾਈ ਮੇਰੀ ਬੇਟੀ ਨੂੰ ਕੀ ਕਹਿਣਾ ਚਾਹੁੰਦਾ ਸੀ। ਹੋ ਸਕਦਾ ਹੈ ਕਿ ਕੋਈ ਬਹੁਤ ਜ਼ਰੂਰੀ ਗੱਲ ਹੋਵੇ। ਮੈਂ ਹੱਥ ਮਸਲ ਕੇ ਰਹਿ ਗਈ ਸੀ। ਉਦੋਂ ਹੀ ਮੇਰੇ ਦਿਮਾਗ ਵਿੱਚ ਇਹ ਧਮਾਕਾ ਹੋਇਆ, ਕਿਉਂ ਨਾ ਮੈਂ ਬੇਟੀ ਦੇ ਕੱਪੜੇ ਪਾ ਕੇ ਖੁਦ ਨੂੰ ਚੰਗੀ ਤਰ੍ਹਾਂ ਢੱਕ ਕੇ ਜਵਾਈ ਦੇ ਕੋਲ ਚਲੀ ਜਾਵਾਂ। ਮੈਂ ਤੁਰੰਤ ਆਪਣੀ ਬੇਟੀ ਦੇ ਕੱਪੜੇ ਪਾਏ ਅਤੇ ਦੁਪੱਟੇ ਨੂੰ ਖੁਦ 'ਤੇ ਇਸ ਤਰ੍ਹਾਂ ਲਿਆ ਕਿ ਮੇਰਾ ਚਿਹਰਾ ਨਹੀਂ ਦਿਖ ਰਿਹਾ ਸੀ। ਮੇਰਾ ਚਿਹਰਾ ਉਦੋਂ ਹੀ ਨਜ਼ਰ ਆਉਂਦਾ ਜੇ ਮੈਂ ਆਪਣੇ ਜਵਾਈ ਦੇ ਬਿਲਕੁਲ ਸਾਹਮਣੇ ਜਾਂਦੀ। ਮੈਂ ਡਰਦੀ ਨੇ ਕਮਰੇ ਵਿੱਚ ਕਦਮ ਰੱਖਿਆ ਤੇ ਦੂਸਰੇ ਪਾਸੇ ਮੂੰਹ ਕਰਕੇ ਖੜੀ ਹੋ ਗਈ। ਮੇਰਾ ਜਵਾਈ ਉਸ ਸਮੇਂ ਕਮਰੇ ਦੇ ਇੱਕ ਕੋਨੇ ਵਿੱਚ ਖੜਾ ਹੋ ਕੇ ਕਿਸੇ ਨਾਲ ਗੱਲ ਕਰ ਰਿਹਾ ਸੀ। ਸਾਡੇ ਘਰ ਮੋਬਾਈਲ ਦੇ ਸਿਗਨਲ ਦਾ ਵੀ ਕਾਫੀ ਮਸਲਾ ਸੀ। ਉਦੋਂ ਹੀ ਉਹ ਮੈਨੂੰ ਕਮਰੇ ਵਿੱਚ ਮੌਜੂਦ ਦੇਖ ਕੇ ਮੇਰੇ ਵੱਲ ਮੁੜਿਆ। ਮੈਨੂੰ ਡਰ ਸੀ ਕਿ ਕਿਤੇ ਉਹ ਮੇਰੇ ਸਾਹਮਣੇ ਆ ਕੇ ਨਾ ਖੜਾ ਹੋ ਜਾਵੇ। ਜੇਕਰ ਉਸਨੇ ਮੈਨੂੰ ਮੇਰੀ ਬੇਟੀ ਦੀ ਜਗ੍ਹਾ ਦੇਖ ਲਿਆ ਤਾਂ ਇੱਕ ਅਲੱਗ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਜਾਂਦਾ। ਜਵਾਈ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਮੇਰੇ ਹੋਸ਼ ਹੀ ਉੱਡ ਗਏ। ਉਸ ਦੀ ਇੱਕ ਗੱਲ ਮੈਂ ਸਾਹ ਰੋਕ ਕੇ ਸੁਣ ਰਹੀ ਸੀ। ਉਹ ਕਹਿ ਰਿਹਾ ਸੀ ਕਿ ਮੈਨੂੰ ਮੋਟਰਸਾਈਕਲ ਨਹੀਂ ਚਾਹੀਦੀ, ਨਾ ਹੀ ਮੈਨੂੰ ਕਿਸੇ ਵੀ ਚੀਜ਼ ਦਾ ਲਾਲਚ ਸੀ। ਤੂੰ ਇੱਕ ਚੰਗੀ ਕੁੜੀ ਐਂ, ਪਰ ਮੈਨੂੰ ਤੇਰੇ ਅਤੇ ਤੇਰੇ ਦਾਜ ਨਾਲ ਕੋਈ ਮਤਲਬ ਨਹੀਂ ਸੀ। ਉਸ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਨਿਕਲਣ ਲੱਗ ਪਏ। ਹਕੀਕਤ ਜਾਣ ਕੇ ਮੇਰਾ ਪੂਰਾ ਸਰੀਰ ਕੰਬ ਰਿਹਾ ਸੀ। ਮੇਰੀ ਸੱਜੀ ਬਾਂਹ ਵਿੱਚ ਦਰਦ ਦੀਆਂ ਚੀਸਾਂ ਉੱਠਣ ਲੱਗ ਪਈਆਂ, ਜਿਨ੍ਹਾਂ ਦਾ ਵਾਰ ਮੇਰੇ ਦਿਲ 'ਤੇ ਹੋ ਰਿਹਾ ਸੀ। ਮੇਰੀ ਬਰਦਾਸ਼ਤ ਕਰਨ ਦੀ ਸ਼ਕਤੀ ਖਤਮ ਹੋ ਚੁੱਕੀ ਸੀ। ਦਰਦ ਦੀ ਤੇਜ਼ ਲਹਿਰ ਨੇ ਮੇਰੇ ਦਿਲ ਨੂੰ ਆਪਣੇ ਕਾਬੂ ਵਿੱਚ ਲੈ ਲਿਆ ਅਤੇ ਮੈਂ ਇੱਕ ਚੀਕ ਦੇ ਨਾਲ ਜ਼ਮੀਨ 'ਤੇ ਡਿੱਗ ਗਈ। ਆਖਰੀ ਤਸਵੀਰ ਜੋ ਮੇਰੀਆਂ ਅੱਖਾਂ ਵਿੱਚ ਬਣੀ ਉਹ ਮੇਰੀ ਦੁਲਹਨ ਬਣੀ ਬੇਟੀ ਦੀ ਸੀ। ਮੈਂ ਨਹੀਂ ਜਾਣਦੀ ਮੈਂ ਕਿੰਨੇ ਦਿਨ ਬੇਹੋਸ਼ ਰਹੀ, ਪਰ ਜਦੋਂ ਹੋਸ਼ ਆਇਆ ਤਾਂ ਹੌਸਪੀਟਲ ਦੇ ਵਿੱਚ ਕਈ ਮਸ਼ੀਨਾਂ ਦੇ ਵਿਚਕਾਰ ਲੇਟੀ ਹੋਈ ਸੀ। ਮੇਰੀ ਬੇਟੀ ਮੇਰਾ ਹੱਥ ਫੜ ਕੇ ਮੇਰੇ ਮੋਢਿਆਂ 'ਤੇ ਲੇਟੀ ਹੋਈ ਸੀ। ਸ਼ਾਇਦ ਉਹ ਸੋ ਰਹੀ ਸੀ। ਕਾਸ਼ ਇਹ ਇੱਕ ਬੁਰਾ ਸੁਪਨਾ ਹੁੰਦਾ, ਪਰ ਇਹ ਤਾਂ ਹਕੀਕਤ ਸੀ। ਉਹ ਸਾਰੀਆਂ ਗੱਲਾਂ ਫਿਰ ਤੋਂ ਮੇਰੀਆਂ ਅੱਖਾਂ ਦੇ ਸਾਹਮਣੇ ਕਿਸੇ ਫਿਲਮ ਦੇ ਵਾਂਗ ਚੱਲਣ ਲੱਗ ਪਈਆਂ। ਮੇਰੇ ਜਵਾਈ ਦੀਆਂ ਗੱਲਾਂ ਮੇਰੇ ਦਿਲ 'ਤੇ ਚੁਭ ਰਹੀਆਂ ਸੀ। ਉਹ ਤਾਂ ਹੁਣ ਮੇਰਾ ਜਵਾਈ ਵੀ ਨਹੀਂ ਰਿਹਾ ਸੀ। ਉਸਨੇ ਉਸ ਦਿਨ ਕਿਹਾ ਸੀ ਕਿ ਉਹ ਕਿਸੇ ਹੋਰ ਲੜਕੀ ਨੂੰ ਦਿਲੋਂ ਜਾਨ ਤੋਂ ਪਿਆਰ ਕਰਦਾ ਹੈ ਤੇ ਉਸ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਨ ਦਾ ਸੋਚ ਵੀ ਨਹੀਂ ਸਕਦਾ। ਪਰ ਮੇਰੇ ਘਰ ਵਾਲੇ ਇਸ ਰਿਸ਼ਤੇ ਦੇ ਲਈ ਨਹੀਂ ਮੰਨੇ ਅਤੇ ਜ਼ਬਰਦਸਤੀ ਮੇਰਾ ਰਿਸ਼ਤਾ ਤੇਰੇ ਨਾਲ ਤੈਅ ਕਰ ਦਿੱਤਾ। ਮੈਨੂੰ ਨਾ ਤਾਂ ਤੇਰੇ ਦਾਜ ਦਾ ਲਾਲਚ ਹੈ ਤੇ ਨਾ ਹੀ ਤੇਰੇ ਵਿੱਚ ਕੋਈ ਦਿਲਚਸਪੀ ਹੈ। ਮੈਨੂੰ ਬਸ ਆਪਣੀ ਪਸੰਦ ਨਾਲ ਵਿਆਹ ਕਰਨਾ ਹੈ। ਇਸੇ ਕਰਕੇ ਮੈਂ ਮੋਟਰਸਾਈਕਲ ਵਾਲੀ ਸ਼ਰਤ ਰੱਖੀ ਤਾਂ ਕਿ ਤੂੰ ਮੇਰੇ ਨਾਲ ਵਿਦਾ ਹੋ ਕੇ ਨਾ ਆ ਸਕੇ ਅਤੇ ਤੂੰ ਆਪ ਹੀ ਇਹ ਰਿਸ਼ਤਾ ਤੋੜ ਦਵੇਂ। ਪਰ ਤੁਸੀਂ ਐਦਾਂ ਨਹੀਂ ਕੀਤਾ ਤੇ ਮੈਂ ਇਹ ਵੀ ਜਾਣਦਾ ਹਾਂ ਕਿ ਇਹ ਸ਼ਰਤ ਪੂਰੀ ਕਰਨੀ ਤੁਹਾਡੇ ਲਈ ਬਹੁਤ ਮੁਸ਼ਕਲ ਹੈ। ਇਸੇ ਕਰਕੇ ਬਿਹਤਰ ਹੈ ਕਿ ਮੈਂ ਤੇਰੇ ਨਾਲ ਇਹ ਜ਼ਬਰਦਸਤੀ ਦਾ ਰਿਸ਼ਤਾ ਖਤਮ ਕਰ ਦਵਾਂ। ਉਸ ਤੋਂ ਬਾਅਦ ਕੀ ਹੋਇਆ ਮੈਨੂੰ ਕੁਝ ਯਾਦ ਨਹੀਂ। ਮੇਰਾ ਦਿਲ ਮੇਰਾ ਸਾਥ ਛੱਡ ਚੁੱਕਿਆ ਸੀ। ਪਤਾ ਨਹੀਂ ਮਾਂ-ਬਾਪ ਆਪਣੇ ਬੇਟਿਆਂ ਦੇ ਨਾਲ ਜ਼ਬਰਦਸਤੀ ਕਿਉਂ ਕਰਦੇ ਹਨ। ਉਹਨਾਂ ਦੇ ਐਦਾਂ ਦੇ ਫੈਸਲੇ ਕਈ ਲੜਕੀਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਚੁੱਕੇ ਸੀ, ਜਿਸ ਦਾ ਖਾਮਿਆਜ਼ਾ ਸਿਰਫ ਅਤੇ ਸਿਰਫ ਇੱਕ ਲੜਕੀ ਨੂੰ ਹੀ ਭੁਗਤਣਾ ਪੈਂਦਾ ਹੈ। ਮੈਂ ਇੱਕ ਨਜ਼ਰ ਆਪਣੀ ਬੇਟੀ ਦੇ ਵੱਲ ਦੇਖਿਆ, ਜੋ ਮੈਨੂੰ ਹੋਸ਼ ਵਿੱਚ ਦੇਖ ਕੇ ਚੁੰਮ ਨਹੀਂ ਥੱਕ ਰਹੀ ਸੀ। ਮੈਨੂੰ ਤਾਂ ਅਜੇ ਆਪਣੀ ਬੇਟੀ ਦੀ ਖਾਤਰ ਜੀਣਾ ਸੀ। ਮੈਂ ਹਿੰਮਤ ਕਰਕੇ ਖੁਦ ਨੂੰ ਸੰਭਾਲਿਆ ਤੇ ਆਪਣੀ ਬੇਟੀ ਨੂੰ ਦਿਲਾਸੇ ਦੇਣ ਲੱਗ ਪਈ। ਉਹ ਸਭ ਕੁਝ ਜਾਣ ਚੁੱਕੀ ਸੀ। ਰੇਹਾਨ ਉਸ ਹੁਲੀਏ ਵਿੱਚ ਮੈਨੂੰ ਦੇਖ ਕੇ ਬਹੁਤ ਗੁੱਸੇ ਵਿੱਚ ਘਰੋਂ ਬਾਹਰ ਨਿਕਲ ਗਿਆ ਸੀ ਤੇ ਮੇਰੀ ਬੇਟੀ ਨੂੰ ਤਲਾਕ ਵੀ ਦੇ ਦਿੱਤਾ ਸੀ। ਅਸੀਂ ਘਰ ਵਾਪਸ ਆਏ ਤਾਂ ਗੇਟ ਖੁੱਲ੍ਹਿਆ ਸੀ। ਮੇਰੀ ਬੇਟੀ ਦੇ ਦਾਜ ਦਾ ਸਮਾਨ ਖਿਲਰਿਆ ਪਿਆ ਸੀ। ਆਸ-ਪਾਸ ਦੇ ਲੋਕਾਂ ਤੋਂ ਪਤਾ ਚੱਲਿਆ ਕਿ ਰੇਹਾਨ ਨੇ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਸੀ। ਉਸ ਨੂੰ ਉਸ ਦੀ ਮੁਹੱਬਤ ਮਿਲ ਗਈ ਸੀ, ਪਰ ਇਸ ਸਾਰੇ ਖੇਲ ਵਿੱਚ ਉੱਜੜ ਤਾਂ ਮੇਰੀ ਬੇਟੀ ਗਈ ਸੀ, ਉਹ ਵੀ ਬਿਨਾਂ ਕਿਸੇ ਕਸੂਰ ਦੇ। ਅਸੀਂ ਦੋਨੇ ਮਾਂ ਬੇਟੀ ਸਬਰ ਦਾ ਘੁੱਟ ਪੀ ਕੇ ਖਾਲੀ ਹੱਥ ਰਹਿ ਗਏ। ਕੁਝ ਮਹੀਨਿਆਂ ਬਾਅਦ ਸਾਡੇ ਗੁਆਂਢ ਵਿੱਚ ਰਹਿਣ ਵਾਲੀ ਔਰਤ ਆਪਣੀ ਪਛਾਣ ਦੇ ਲੋਕਾਂ ਵਿੱਚੋਂ ਸੋਨੀ ਦੇ ਲਈ ਰਿਸ਼ਤਾ ਲੈ ਆਈ। ਉਹ ਚੰਗੇ ਲੋਕ ਸੀ। ਮੇਰੇ ਕੋਲੋਂ ਕਿਸੇ ਵੀ ਚੀਜ਼ ਦੀ ਕੋਈ ਡਿਮਾਂਡ ਨਾ ਕੀਤੀ, ਪਰ ਮੈਂ ਆਪਣੀ ਬੇਟੀ ਨੂੰ ਫਿਰ ਵੀ ਹਰ ਚੀਜ਼ ਦੇ ਕੇ ਭੇਜਿਆ। ਮੇਰੇ ਦਿਲ ਵਿੱਚ ਡਰ ਸੀ ਕਿ ਕਿਤੇ ਉਹਦੇ ਨਾਲ ਬਦਸਲੂਕੀ ਨਾ ਕੀਤੀ ਜਾਵੇ, ਉਹਨੂੰ ਤਾਨੇ ਨਾ ਦਿੱਤੇ ਜਾਣ। ਪਰ ਉਹ ਤਾਂ ਖਾਨਦਾਨੀ ਅਤੇ ਇੱਜ਼ਤਦਾਰ ਲੋਕ ਸੀ। ਮੇਰੀ ਬੇਟੀ ਖੁਸ਼ ਸੀ। ਮੇਰੇ ਦਿਲ ਨੂੰ ਵੀ ਸਕੂਨ ਮਿਲ ਗਿਆ ਸੀ।
ਮੇਰਾ ਜਵਾਈ ਮੈਨੂੰ ਵੀ ਆਪਣੇ ਘਰ ਲੈ ਗਿਆ ਸੀ। ਉਹ ਬਿਲਕੁਲ ਆਪਣੀ ਸਗੀ ਮਾਂ ਦੇ ਵਾਂਗ ਮੇਰਾ ਖਿਆਲ ਰੱਖਦਾ ਸੀ। ਕੁਝ ਦਿਨਾਂ ਬਾਅਦ ਮੇਰੇ ਮੁਹੱਲੇ ਦੀਆਂ ਔਰਤਾਂ ਮੈਨੂੰ ਮਿਲਣ ਆਈਆਂ ਤਾਂ ਉਹਨਾਂ ਨੇ ਦੱਸਿਆ ਕਿ ਰਿਹਾਨ ਅਤੇ ਉਸਦੀ ਮਾਂ ਇੱਕ ਦਿਨ ਬਾਜ਼ਾਰ ਤੋਂ ਵਾਪਸ ਆ ਰਹੇ ਸੀ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਮੌਕੇ 'ਤੇ ਹੀ ਮੌਤ ਹੋ ਗਈ। ਮੇਰੇ ਦਿਲ ਵਿੱਚੋਂ ਉਹਨਾਂ ਦੇ ਲਈ ਦੁਆਵਾਂ ਨਿਕਲ ਰਹੀਆਂ ਸੀ। ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਸੀ, ਪਰ ਕੁਦਰਤ ਨੇ ਉਹਨਾਂ ਤੋਂ ਮੇਰਾ ਬਦਲਾ ਲੈ ਲਿਆ ਸੀ। ਮੈਨੂੰ ਤਾਂ ਮੇਰੇ ਸਬਰ ਦਾ ਫਲ ਮਿਲ ਗਿਆ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।